ਉਹ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੇ ਵੱਡੇ ਭਾਸ਼ਣ ਦੇ ਲੈਂਦੇ ਨੇ। ਚਿਹਰਾ ਲੱਭ ਗਿਆ, ਠੋਕੋ ਤਾਲੀ ਆ, ਇਹਨੇ ਨਹੀਂ ਟਿਕਣਾ ਇੱਥੇ। ਰਾਮ ਰਹੀਮ ਦੇ ਛੋਲੇ ਗਾਉਂਦਾ ਸੀਗਾ ਕਿ ਸੌਦੇ ਸਾਥ ਦਾ ਡੰਕਾ ਬੋਲਦਾ। ਇਹ ਕਾਹਦਾ ਡਾਕੀ ਆ ਗੁਰੂ ਸਾਹਿਬ ਦਾ? ਕੋਈ ਗੈਰ ਕੋਈ ਸਿਆਣੀ ਗੱਲ ਕਰ ਲੈ। ਹਾਂ, ਤੂੰ ਨਾ ਇਹ ਜੀ ਗੱਲ ਕਰੀ ਮਿੱਤਰ। ਵੋਟਾਂ ਤੋਂ ਪਹਿਲਾਂ ਲੀਡਰ ਪਾਰਟੀਆਂ ਦੀ ਝਾਕ ਰੱਖਦੇ ਨੇ ਤੇ ਪਾਰਟੀਆਂ ਝਾਕ ਰੱਖਦੀਆਂ ਨੇ ਨਵੇਂ ਤੋਂ ਨਵੇਂ ਲੀਡਰ ਦੀਆਂ। ਆਮ ਆਦਮੀ ਪਾਰਟੀ ਇਸ ਸਮੇਂ ਆਪਣਾ ਮੁੱਖ ਮੰਤਰੀ ਲੱਭ ਰਹੀ ਹੈ ਤੇ ਉਹਨਾਂ ਨੂੰ ਨਵਾਂ ਮੁੱਖ ਮੰਤਰੀ ਲੱਭ ਗਿਆ। ਆਮ ਆਦਮੀ ਪਾਰਟੀ ਦਾ ਨਵਾਂ ਮੁੱਖ ਮੰਤਰੀ ਹੋਵੇਗਾ ਨਵਜੋਤ ਸਿੰਘ ਸਿੱਧੂ। ਬਤੌਰ ਚਿਹਰਾ ਉਹਨਾਂ ਨੂੰ ਖੜਾ ਕੀਤਾ ਜਾਵੇਗਾ। ਇਸ ਗੱਲ ਦਾ ਦਾਅਵਾ ਅਸੀਂ ਨਹੀਂ ਸਗੋਂ ਕਰ ਰਹੇ ਨੇ ਬਿਕਰਮ ਸਿੰਘ ਮਜੀਠੀਆ। ਪ੍ਰੈਸ ਕਾਨਫਰੰਸ ਕੀਤੀ ਗਈ ਬੀਤੇ ਦਿਨ ਅਤੇ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਕੰਮ ਹੀ ਇਹੀ ਹੈ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਖੜੇ ਹੋਣਗੇ, ਉਹਨਾਂ ਦੇ ਇਰਦ ਗਿਰਦ ਹੀ ਹੋਣਗੇ। ਆਓ ਸੁਣ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਚਿਹਰਾ ਲੱਭ ਗਿਆ, ਠੋਕੋ ਤਾਲੀ ਆ, ਇਹਨੇ ਨਹੀਂ ਟਿਕਣਾ ਇੱਥੇ। ਹੈ ਉਹ ਆਈ ਯਾਰੀ ਬਦਲਦਾ। ਮੈਂ ਤਾਂ ਦੇਖੋ ਮੈਂ ਅੰਤਰਜਾਮੀ ਕੋਈ ਨਹੀਂ, ਮਗਰ ਮੈਂ ਅੱਗਾ ਪਿੱਛਾ ਵੇਖ ਕੇ ਕੋਈ ਹਿਸਾਬ ਕਿਤਾਬ ਤਾਂ ਲਾ ਲੈਣਾ ਹੁੰਨਾ। ਹਾਂ ਤਾਂ ਮੈਂ ਦੱਸ ਰਿਹਾ। ਅੱਜ ਤੁਸੀਂ ਮੈਨੂੰ ਇਹ ਸਵਾਲ ਇੱਕ ਮਿੰਟ ਤੁਸੀਂ ਮੈਨੂੰ ਇਹ ਸਵਾਲ ਪਹਿਲਾਂ ਕੀਤਾ ਸੀ, ਮੈਂ ਜਵਾਬ ਨਹੀਂ ਦਿੱਤਾ। ਮਗਰ ਅੱਜ ਮੈਂ ਪਿਛੋਕੜ ਵੇਖ ਕੇ ਜਿਵੇਂ ਹੁੰਦਾ ਨਾ, ਵੇਖ ਕੇ ਬੰਦੇ ਦਾ ਅੱਗਾ ਪਿੱਛਾ, ਮੈਂ ਤੁਹਾਨੂੰ ਦੱਸ ਦੇਣਾ ਇਹਨੇ ਨਹੀਂ ਰਹਿਣਾ ਇੱਥੇ। ਇਹ ਪੰਜੇ ਨਾਲ ਨਹੀਂ ਰਹਿੰਦਾ ਹੈ। ਪਤਾ ਨਹੀਂ ਝਾੜੂ ਦੇ ਸਿਰ ਤੇ ਹੋਊਗਾ ਜਾਂ ਇਹ ਝਾੜੂ ਥੱਲੇ ਹੋਊਗਾ ਜਾਂ ਇਹ ਝਾੜੂ ਤੇ ਹੋਊਗਾ, ਉਹ ਕਿਤੇ ਝਾੜੂ ਦੇ ਆਲੇ ਦੁਆਲੇ। ਤਾਂ ਨਵਜੋਤ ਸਿੰਘ ਸਿੱਧੂ ਅੱਜ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਲੈ ਕੇ ਉੱਥੇ ਪਹੁੰਚੇ ਹੋਏ ਨੇ। ਕਿਹਾ ਗਿਆ ਕਿ ਮੈਂ ਜਲਦ ਹੀ ਅਜਿਹਾ ਕੁਝ ਕਰਾਂਗਾ ਕਿ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਤਾਂ ਗੁਰੂ ਸਾਹਿਬ ਦਾ ਡਾਕੀਆ ਨਵਜੋਤ ਸਿੰਘ ਸਿੱਧੂ, ਇਸ ਗੱਲ ਨੂੰ ਲੈ ਕੇ ਵੀ ਬਿਕਰਮ ਮਜੀਠੀਆ ਨੇ ਕਿਹਾ ਕਿ ਤੇ ਤੁਸੀਂ ਅਜਿਹੀ ਗਲਤੀ ਨਾ ਕਰ ਬੈਠੇ ਹੋ। ਪੱਤਰਕਾਰਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਅਜਿਹੀ ਗੱਲ ਨਾ ਬੋਲਦੇ ਹੋ ਕਿਉਂਕਿ ਉਹ ਗੁਰੂ ਸਾਹਿਬ ਦਾ ਡਾਕੀਆ ਨਹੀਂ ਹੈ। ਕਿਸ ਦਾ ਡਾਕੀਆ ਨਵਜੋਤ ਸਿੰਘ ਸਿੱਧੂ? ਆਓ ਸੁਣਦੇ ਹਾਂ। ਇਹ ਰਾਧੇ ਮਾਂ ਦਾ ਹੈ। ਇਹ ਰਾਧੇ ਮਾਂ ਦਾ ਜਾਂ ਉਹਦਾ ਆਪਣਾ ਉਹ ਜਿਹੜਾ ਉਹ ਰੇਪ ਕੇਸ 'ਚ ਸੀ, ਰੇਪ ਕੇਸ 'ਚ ਰੇਪ ਆਸਾ ਰਾਮ ਤੇ ਜਾਂ ਇਹ ਰਾਮ ਰਹੀਮ ਦੇ ਛੋਲੇ ਗਾਉਂਦਾ ਸੀਗਾ ਕਿ ਸੌਦੇ ਸਾਥ ਦਾ ਡੰਕਾ ਬੋਲਦਾ। ਇਹ ਕਾਹਦਾ ਡਾਕੀ ਆ ਗੁਰੂ ਸਾਹਿਬ ਦਾ? ਕੋਈ ਗੈਰ ਕੋਈ ਸਿਆਣੀ ਗੱਲ ਕਰ ਲੈ। ਹਾਂ, ਤੂੰ ਨਾ ਇਹ ਜੀ ਗੱਲ ਕਰੀ ਮਿੱਤਰ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਏਜੀ ਸੂਤ ਨਹੀਂ ਆ ਰਹੇ। ਇਹ ਏਜੀ ਨੂੰ ਲੈ ਕੇ ਵੀ ਪੰਗਾ ਪਿਆ ਹੋਇਆ ਤੇ ਏਜੀ ਨੂੰ ਵੀ ਅੱਜ ਉਹਨਾਂ ਦੀ ਗੱਦੀ ਤੋਂ ਉਤਾਰ ਦਿੱਤਾ ਜਾਣਾ ਹੈ, ਉਲਾਂਭੇ ਕਰ ਦਿੱਤਾ ਜਾਣਾ ਇਸ ਅਹੁਦੇ ਤੋਂ। ਨਾ ਸਿਰਫ ਏਜੀ ਨੂੰ ਸਗੋਂ ਡੀਜੀਪੀ ਨੂੰ ਵੀ। ਇੱਕ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਏਜੀ ਅਤੇ ਡੀਜੀਪੀ ਨੂੰ ਬਦਲ ਦਿੱਤਾ ਜਾਣਾ ਹੈ। ਜਿਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸਨ ਅਤੇ ਬੀਤੇ ਦਿਨ ਪੌਣਾ ਘੰਟਾ ਚੱਲੀ ਹੋਈ ਮੀਟਿੰਗ ਦੇ ਵਿੱਚ, ਜਿਸ ਦੇ ਵਿੱਚ ਹਰੀਸ਼ ਚੌਧਰੀ ਮੌਜੂਦ ਸਨ, ਪ੍ਰਗਟ ਸਿੰਘ ਮੌਜੂਦ ਸਨ, ਚਰਨਜੀਤ ਸਿੰਘ ਚੰਨੀ ਮੌਜੂਦ ਸਨ, ਉਸ ਦੇ ਵਿੱਚ ਇਹ ਫੈਸਲਾ ਵੱਡਾ ਲਿਆ ਗਿਆ। ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਹੈ ਕਿ ਏਜੀ ਅਤੇ ਡੀਜੀਪੀ ਨੂੰ ਬਦਲ ਦਿੱਤਾ ਜਾਣਾ। ਤਾਂ ਇਹ ਤਾਂ ਹੋਈ ਏਜੀ ਦਿਓਲ ਦੀ ਗੱਲ। ਹਾਲਾਂਕਿ ਦੇਖਿਆ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜਦੋਂ ਏਜੀ ਦਿਓਲ ਨੂੰ ਲਗਾਇਆ ਜਾਣਾ ਸੀ, ਉਸ ਸਮੇਂ ਇੱਕ ਹਫ਼ਤਾ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਏਜੀ ਦਿਓਲ ਨੂੰ ਕਿਉਂ ਲਗਾਇਆ ਜਾ ਰਿਹਾ ਹੈ, ਕਿ ਰਾਖਾ ਬਣਾਇਆ ਜਾ ਰਿਹਾ ਉਹਨਾਂ ਹੀ ਵਿਅਕਤੀਆਂ ਦਾ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਇੱਕ ਠੋਸ ਮੁਕੱਦਮਾ ਦਾਇਰ ਕਰਨਾ ਹੈ। ਇਸ ਗੱਲ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸਨ। 6 ਦਿਨ ਪਹਿਲਾਂ ਉਹਨਾਂ ਨੂੰ ਪਤਾ ਸੀ ਲਗਾਉਣ ਤੋਂ, ਤਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਬਾਰੇ ਬਿਲਕੁਲ ਨਹੀਂ ਪਤਾ ਸੀ ਏਜੀ ਕਿਸ ਨੂੰ ਲਗਾਇਆ ਜਾਣਾ। ਫਿਲਹਾਲ ਇਸ ਮਾਮਲੇ ਦੇ ਵਿੱਚ ਇਹ ਖਬਰ ਆ ਰਹੀ ਹੈ ਕਿ ਏਜੀ ਨੂੰ ਤਾਂ ਹਟਾ ਦਿੱਤਾ ਜਾਵੇਗਾ, ਪਰ ਏਜੀ ਦਾ ਕੀ? ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਏਜੀ ਲਗਾ ਦਿੱਤਾ ਗਿਆ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਘਰ ਘਰ ਨੌਕਰੀ ਦਾ ਵਾਅਦਾ ਸਰਕਾਰ ਇਸ ਤਰ੍ਹਾਂ ਪੂਰਾ ਕਰ ਰਹੀ ਹੈ ਕਿ ਆਪਣੇ ਹੀ ਮੰਤਰੀ ਸੰਤਰੀਆਂ ਦੇ ਪੁੱਤਰਾਂ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਦੇ ਰਹੀ ਹੈ। ਕਿੱਥੇ ਕਿਹੜਾ ਟੈਸਟ ਹੋਇਆ ਕਿ ਕੱਲਾ ਇਹੀ ਮੈਰਿਟ 'ਚ ਆ? ਕਿਹੜਾ ਟੈਸਟ ਹੋਇਆ ਜੀ? ਕਿ ਇਹਨਾਂ ਨੂੰ ਡਰ ਨਹੀਂ ਲੱਗਦਾ ਉਹਨਾਂ ਸਾਰੇ ਅਧਿਆਪਕਾਂ ਤੋਂ ਜਿਹੜੇ ਕਿ ਸੜਕਾਂ ਤੇ ਰੁਲ ਰਹੇ ਨੇ ਕਿ ਉਹ ਕੀ ਕਹਿਣਗੇ? ਪੰਜਾਬ ਦੇ ਲੋਕਾਂ ਤੋਂ ਜਿਹੜੇ ਕਿ ਨੌਕਰੀ ਦੀ ਝਾਕ ਰੱਖਦੇ ਨੇ, ਸਰਕਾਰ ਤੋਂ ਉਮੀਦ ਰੱਖਦੇ ਨੇ ਕਿ ਉਹ ਸਾਡੇ ਵੱਲ ਦੇਖਣਗੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਹੋਮ ਮਿਨਿਸਟਰ ਦੇ ਉਪ ਮੁੱਖ ਮੰਤਰੀ ਦੇ ਜਵਾਈ ਨੇ, ਤਾਂ ਫਿਰ ਲੋਕ ਉਹਨਾਂ ਨੂੰ ਕੁਝ ਨਹੀਂ ਕਹਿਣਗੇ, ਜਵਾਈ ਹੋਣ ਦੇ ਨਾਤੇ ਚੁੱਪ ਕਰ ਜਾਣਗੇ। ਪਰ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਵਿੱਚ ਜਦੋਂ ਪਿੱਛੇ ਫੁੱਫੜ ਰੁੱਸਿਆ ਸੀ ਤਾਂ ਉਸ ਸਮੇਂ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਜਨ ਨਹੀਂ ਚੜ੍ਹਨੀ। ਨਵਾਂ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਗਿਆ।
ਹਾਲਾਂਕਿ ਸੇਰਾ ਬੰਨੀ ਕਈ ਬੈਠੇ ਸਨ, ਪਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਦੋਂ ਸੀਐਮ ਦੇ ਅਹੁਦੇ ਦੀ ਸਹੁੰ ਚੁੱਕ ਲਈ ਗਈ, ਉਸ ਤੋਂ ਬਾਅਦ ਦੇਖਿਆ ਗਿਆ ਕਿ ਕਈਆਂ ਦੇ ਮੂੰਹ ਬਣ ਗਏ, ਕਈ ਜਾਣੇ ਨਾਰਾਜ਼ ਹੋ ਗਏ ਅਤੇ ਉਸ ਤੋਂ ਬਾਅਦ ਵੀ ਹੁਣ ਸਰਕਾਰ ਚੱਲ ਰਹੀ ਹੈ। ਪਰ ਚੱਲ ਕਿਸ ਤਰ੍ਹਾਂ ਰਹੀ ਹੈ? ਕੀ ਲੋਕਾਂ ਦੇ ਮੁੱਦੇ ਹੱਲ ਹੋ ਰਹੇ ਨੇ ਜਾਂ ਫਿਰ ਇਹ ਆਪਣੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੇ ਨੇ? ਉਹਨਾਂ ਦੇ ਬਾਰੇ ਲੋਕਾਂ ਨੇ ਕੋਈ ਹੱਲ ਨਹੀਂ ਕਰਨਾ। ਜੇਕਰ ਕਾਂਗਰਸ ਪਾਰਟੀ ਦੇ ਵਿੱਚ ਅਜਿਹਾ ਕੁਝ ਵੀ ਹੋ ਰਿਹਾ ਤਾਂ ਉਹਨਾਂ ਨੂੰ ਆਪ ਹੱਲ ਕਰਨਾ ਪਵੇਗਾ। ਬੀਤੇ ਦਿਨ ਕਈ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇਹ ਅਜਿਹੇ ਹਾਲਾਤ ਨਾ ਪੈਦਾ ਕਰ ਦੇਣ ਕਿ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਪਵੇ, ਰਾਸ਼ਟਰਪਤੀ ਸ਼ਾਸਨ ਆ ਜਾਵੇ ਇਹਨਾਂ ਦੀਆਂ ਗਲਤੀਆਂ ਕਰਕੇ ਅਤੇ ਆਪਣੀਆਂ ਮਨਮਾਨੀਆਂ ਕਰਕੇ। ਤਾਂ ਰੰਧਾਵਾ ਦੀ ਜਵਾਈ ਨੂੰ ਨੌਕਰੀ ਦੇਣ ਤੋਂ ਬਾਅਦ ਸਾਰੇ ਹੀ ਕਹਿ ਰਹੇ ਨੇ ਕਿ ਇੰਜ ਲੱਗਦਾ ਹੈ ਕਿ ਅੰਨਾ ਵੰਡੇ ਰੇਵੜੀਆਂ ਮੁੜ ਆਪਣਿਆਂ ਨੂੰ ਹੀ। ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ। ਨਵਜੋਤ ਸਿੰਘ ਸਿੱਧੂ ਹੀ ਕਹਿ ਰਹੇ ਸਨ ਕਿ ਇਹ 90 ਦਿਨ ਦੀ ਸਰਕਾਰ ਹੈ। ਜਿੱਥੇ ਚਰਨਜੀਤ ਸਿੰਘ ਚੰਨੀ ਆਪਣੀ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਹੀ ਇਮੇਜ ਨੂੰ ਖਰਾਬ ਵੀ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਪਰ ਇੱਕ ਵੱਡਾ ਅਤੇ ਡੂੰਘਾ ਸਵਾਲ ਖੜਾ ਹੁੰਦਾ ਹੈ ਕਿ ਇੱਕ ਹੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਜਦੋਂ ਕੋਈ ਟੋਕਾ ਟਾਕੀ ਕਰਦਾ ਹੈ, ਕੋਈ ਅਜਿਹੀ ਛੋਟੀ ਮੋਟੀ ਗਲਤੀ ਕਰਦਾ ਹੈ ਤਾਂ ਉੱਪਰੋਂ ਇੱਕਦਮ ਐਕਸ਼ਨ ਲਿਆ ਜਾਂਦਾ ਹੈ, ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ। ਪਰ ਕੀ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਕਰਵਾਉਣ ਵਾਲਾ ਕੋਈ ਨਹੀਂ ਹੈ, ਜਾਂ ਫਿਰ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਇੱਕ ਦੀ ਇਮੇਜ ਨੂੰ ਡਾਊਨ ਕਰਕੇ ਦੂਸਰੇ ਦੀ ਇਮੇਜ ਨੂੰ ਬਣਾਇਆ ਜਾ ਰਿਹਾ ਤਾਂ ਕਿ ਇਲੈਕਸ਼ਨ ਦੇ ਵਿੱਚ ਉਹ ਕੰਮ ਆ ਸਕੇ? ਇੱਕ ਬਹੁਤ ਵੱਡੀ ਰਣਨੀਤੀ ਇਸ ਨੂੰ ਕਹਿ ਸਕਦੇ ਹਾਂ। ਰਾਜਨੀਤੀ ਦੇ ਵਿੱਚ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਆਪਣੀ ਹੀ ਪਾਰਟੀ ਨੂੰ ਉਭਾਰਨ ਦੇ ਲਈ ਆਪਣੀ ਹੀ ਪਾਰਟੀ ਦੇ ਦੋ ਚਿਹਰਿਆਂ ਨੂੰ ਆਮੋ ਸਾਹਮਣੇ ਖੜਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਹਾਰ ਵੀ ਆਪਣੀ ਹੋਵੇ, ਜਿੱਤ ਵੀ ਆਪਣੀ ਹੋਵੇ। ਦਰਅਸਲ ਇਹ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਇੱਕੋ ਪਾਰਟੀ ਦੇ ਵਿੱਚ ਦੋ ਚਿਹਰੇ ਅਜਿਹੇ ਹੋਣ ਜਿਹੜੇ ਕਿ ਇਸ ਸਮੇਂ ਮੌਜੂਦਾ ਖੜਾ ਹੋਵੇ ਤੇ ਦੂਸਰਾ ਉਸਦੇ ਆਪੋਜ਼ਿਟ ਵਿਰੋਧ ਦੇ ਵਿੱਚ ਖੜਾ ਹੋ ਜਾਵੇ ਅਤੇ ਬਾਅਦ ਦੇ ਵਿੱਚ ਇਸ ਤਰ੍ਹਾਂ ਉੱਭਰ ਕੇ ਸਾਹਮਣੇ ਆਵੇ ਕਿ ਸਾਰੀ ਦੀਆਂ ਸਾਰੀਆਂ ਵੋਟਾਂ ਇੱਕੋ ਹੀ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਵੰਡੀਆਂ ਜਾਣ। ਕਿ ਇਸ ਤਰ੍ਹਾਂ ਦੀ ਕੋਈ ਚਾਲ ਤਾਂ ਨਹੀਂ ਹੈ। ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਹੀ ਕੀ ਖੇਡ ਖੇਡਦੇ ਨੇ, ਕਿਉਂਕਿ ਮਸਲਾ ਹੁਣ ਤੱਕ ਕੋਈ ਵੀ ਹੱਲ ਨਹੀਂ ਹੋਇਆ। ਸਰਕਾਰ ਭਾਵੇਂ ਬਣ ਚੁੱਕੀ ਹੈ, ਗੱਲਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ। ਪੈਟਰੋਲ ਸਸਤਾ ਹੋ ਗਿਆ ਤੁਸੀਂ ਕਹਿ ਸਕਦੇ ਹੋ, ਡੀਜ਼ਲ ਦੇ ਰੇਟ ਘਟ ਗਏ ਤੁਸੀਂ ਕਹਿ ਸਕਦੇ ਹੋ, ਬਿਜਲੀ ਸਸਤੀ ਹੋ ਗਈ ਤੁਸੀਂ ਕਹਿ ਸਕਦੇ ਹੋ। ਪਰ ਇੱਕ ਵੱਡਾ ਸਵਾਲ ਬੀਤੇ ਦਿਨੀ ਮਨਦੀਪ ਮੰਨਾ ਦੇ ਵੱਲੋਂ ਵੀ ਖੜਾ ਕੀਤਾ ਗਿਆ ਸੀ ਔਰ ਇਹ ਬਿਲਕੁਲ ਵਾਜਿਬ ਗੱਲ ਹੈ। ਜਿਹੜਾ ਖਜ਼ਾਨਾ ਖਾਲੀ ਸੀ ਹੁਣ ਤੱਕ, ਉਸ ਦੇ ਵਿੱਚ ਹੁਣ ਪੈਸੇ ਕਿੱਥੋਂ ਆ ਰਹੇ ਨੇ? ਪੈਸਾ ਕਿਤੋਂ ਨਹੀਂ ਆ ਰਿਹਾ, ਪੈਸਾ ਉਸ ਦੇ ਵਿੱਚ ਨਹੀਂ ਆਇਆ। ਪਰ ਜਿਹੜਾ ਕੁਝ ਇਹ ਕਰ ਰਹੇ ਨੇ, ਪੈਟਰੋਲ ਡੀਜ਼ਲ ਦੇ ਰੇਟ ਘਟਾ ਰਹੇ ਨੇ, ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਰਹੇਗਾ? ਕੀ ਇਸ ਗੱਲ ਦੀ ਉਹ ਗਾਰੰਟੀ ਲੈਣਗੇ ਕਿ 5 ਸਾਲ ਸਾਨੂੰ ਕਿਤੇ ਹੋਰ ਮਹਿੰਗਾਈ ਦਾ ਬੋਝ ਨਹੀਂ ਚੱਲਣਾ ਪਵੇਗਾ, ਜਾਂ ਫਿਰ ਇਹ ਸਿਰਫ ਕੁਝ ਮਹੀਨਿਆਂ ਲਈ ਕਰਕੇ ਉਸ ਤੋਂ ਬਾਅਦ ਲੋਕਾਂ ਤੇ ਟੈਕਸ ਪਾਉਣ ਵਾਲੇ ਨੇ? ਜਿਵੇਂ ਹੁਣ ਮਹਿੰਗਾਈ ਵਧੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤੋਂ ਦੁੱਗਣੀ ਤਿੱਗਣੀ ਚੌਗਣੀ ਮਹਿੰਗਾਈ ਵੱਧ ਜਾਵੇਗੀ, ਫਿਰ ਅਸੀਂ ਕੁਝ ਵੀ ਕਰਨ ਜੋਗੇ ਨਹੀਂ ਹੋਵਾਂਗੇ। ਇਸ ਦੇ ਲਈ ਵੀ ਇੱਕ ਸੋਲੂਸ਼ਨ ਦਿੱਤਾ ਸੀ ਕਿ ਇਹ ਆਪਣੇ ਮੈਨੀਫੈਸਟੋ ਦੇ ਨਾਲ ਇਹ ਵੀ ਕਹਿਣ ਕਿ ਅਸੀਂ ਆਪਣੇ ਵਾਅਦੇ ਅਤੇ ਦਾਅਵੇ ਪੂਰੇ ਕਰਾਂਗੇ, ਜੇਕਰ ਨਹੀਂ ਪੂਰੇ ਕਰਾਂਗੇ ਤਾਂ ਅਸੀਂ ਗੱਦੀਆਂ ਲੈ ਜਾਵਾਂਗੇ। ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਲੋਕ ਕੀ ਕਰਨਗੇ? ਇੱਕ ਵੱਡਾ ਸਵਾਲ ਇਹ ਬਣਦਾ। ਕੁਝ ਵੀ ਕਰਨ ਤੋਂ ਪਹਿਲਾਂ ਸੋਚ ਸਮਝ ਕੇ, ਹਰ ਇੱਕ ਗੱਲ ਨੂੰ ਜਾਣ ਕੇ ਅਤੇ ਉਸ ਦੇ ਪਿੱਛੇ ਦੀ ਸੱਚਾਈ ਨੂੰ ਜਾਣ ਕੇ ਹੀ ਵੋਟ ਪਾਣੀ ਚਾਹੀਦੀ ਹੈ। ਦੇਖਣਾ ਹੋਵੇਗਾ ਕਿ ਵੋਟਾਂ ਤੋਂ ਪਹਿਲਾਂ ਇਸ ਰਾਜਨੀਤੀ ਦੇ ਵਿੱਚ ਹੋਰ ਕੀ ਕੁਝ ਪੱਕਦਾ ਹੈ। ਭਗਵੰਤ ਮਾਨ ਦੇ ਵੱਲੋਂ ਸ਼ੁਰੂ 'ਚ ਹੀ ਕਹਿ ਦਿੱਤਾ ਗਿਆ ਸੀ ਕਿ ਇਹ ਕੋਈ ਨਿੰਦਾ, ਚੁਗਲੀ ਜਾਂ ਫਿਰ ਬਿਆਨਬਾਜ਼ੀ ਨਹੀਂ ਹੋ ਰਹੀ। ਭਗਵੰਤ ਮਾਨ ਦੇ ਵੱਲੋਂ ਅੱਜ ਜਿੱਥੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਕੁਝ ਕਿਹਾ ਗਿਆ, ਉੱਥੇ ਹੀ ਚੰਨੀ ਸਰਕਾਰ ਨੂੰ ਵੀ ਚੰਗੀ ਤਰ੍ਹਾਂ ਰਗੜੇ ਲਾਏ ਗਏ। ਕਿਹਾ ਗਿਆ ਭਗਵੰਤ ਮਾਨ ਦੇ ਵੱਲੋਂ ਕਿ ਇੰਜਣ ਬਦਲਣ ਦੇ ਨਾਲ ਡੱਬਿਆਂ ਦੀ ਲੁੱਟ ਖਸੁੱਟ ਬੰਦ ਨਹੀਂ ਹੋ ਜਾਂਦੀ। ਕਾਂਗਰਸ ਪਾਰਟੀ ਦੇ ਲਈ ਸਿੱਧੇ ਤੌਰ ਤੇ ਉਹਨਾਂ ਨੇ ਵੱਲੋਂ ਨਿਸ਼ਾਨਾ ਵਿੰਨਿਆ ਗਿਆ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਸਿਰਫ ਤੇ ਹੀ ਖੁਸ਼ਹਾਲ ਕਿਸਾਨ ਦਿਖਾਈ ਦਿੰਦੇ ਨੇ, ਅਸਲ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਇਸ ਗੱਲ ਦੇ ਲਈ ਉਹਨਾਂ ਨੇ ਪਾਰਲੀਮੈਂਟ ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਇਹ ਕੋਈ ਤਾੜੀਆਂ ਮਾਰਨ ਦੀ ਗੱਲ ਵੀ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਦੇ ਵੱਲੋਂ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ ਤੇ ਅੱਜ ਉਹ ਖੁਦ ਬੇਰੋਜ਼ਗਾਰ ਨੇ। ਇਹ ਵੀ ਕਹਿਣਾ ਸੀ ਭਗਵੰਤ ਮਾਨ ਦਾ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਦੇ ਵੱਲੋਂ ਆਪਣੀ ਪਾਰਟੀ ਦਾ ਨਾਮ ਰੱਖਿਆ ਗਿਆ ਪੰਜਾਬ ਲੋਕ ਕਾਂਗਰਸ, ਪਰ ਦੇਖਿਆ ਜਾਵੇ ਤਾਂ ਨਾ ਪੰਜਾਬ ਉਹਨਾਂ ਦੇ ਨਾਲ ਹੈ, ਨਾ ਹੀ ਲੋਕ ਅਤੇ ਨਾ ਹੀ ਕਾਂਗਰਸ ਉਹਨਾਂ ਦੇ ਨਾਲ ਹੈ। ਇਸ ਕਰਕੇ ਉਹਨਾਂ ਨੂੰ ਹੋਰ ਨਹੀਂ ਤਾਂ ਪਾਰਟੀ ਦਾ ਨਾਮ ਸੋਚ ਸਮਝ ਕੇ ਰੱਖਣਾ ਚਾਹੀਦਾ ਸੀ। ਸਭ ਤੋਂ ਵੱਡੀ ਗੱਲ, ਪੰਜਾਬ ਆਖਿਰਕਾਰ ਕਰਜ਼ਾਈ ਕਿਵੇਂ ਹੋ ਗਿਆ? ਕਰੋੜਾਂ ਦਾ ਕਰਜ਼ਾ ਪੰਜਾਬ ਤੇ ਚੜਿਆ ਹੋਇਆ ਤੇ ਇਹ ਕਿਸੇ ਹੋਰ ਵਿਅਕਤੀ ਨੇ ਨਹੀਂ, ਸਗੋਂ ਲੋਕਾਂ ਨੇ ਹੀ ਉਤਾਰਨਾ, ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੈ, ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੈ, ਉਸਦੀ ਕਿੰਨੀ ਵੀ ਉਮਰ ਹੈ, ਕਿਹੜੀ ਵੀ ਉਹ ਚੀਜ਼ ਨਹੀਂ ਖਰੀਦ ਰਿਹਾ। ਟੈਕਸ ਦੇ ਰੂਪ ਦੇ ਵਿੱਚ ਜੇਕਰ ਅਸੀਂ ਆਪਣੀ ਹਰ ਇੱਕ ਚੀਜ਼ ਦਾ ਟੈਕਸ ਦੇ ਰਹੇ ਹਾਂ, ਭਾਵੇਂ ਉਹ ਸਾਬਣ ਹੋਵੇ, ਮਾਚਿਸ ਹੋਵੇ, ਦਾਲ ਚੀਨੀ, ਆਟਾ ਹੋਵੇ, ਫੋਨ ਕਾਲ ਹੋਵੇ, ਕੋਈ ਵੀ ਚੀਜ਼ ਜੇਕਰ ਤੁਸੀਂ ਖਰੀਦਦੇ ਹੋ ਤਾਂ ਟੈਕਸ ਅਦਾ ਕਰਦੇ ਹੋ।
ਭਗਵੰਤ ਮਾਨ ਦਾ ਕਹਿਣਾ ਸੀ ਕਿ ਜੇਕਰ ਲੋਕ ਆਪਣਾ ਟੈਕਸ ਅਦਾ ਕਰ ਰਹੇ ਨੇ ਤਾਂ ਫਿਰ ਪੰਜਾਬ ਕਰਜ਼ਾਈ ਕਿਸਨੇ ਬਣਾ ਦਿੱਤਾ, ਕਿਉਂਕਿ ਸਰਕਾਰ ਨੇ ਤਾਂ ਕੋਈ ਟੈਕਸ ਵੀ ਅਦਾ ਨਹੀਂ ਕੀਤਾ ਉਸ ਤਰੀਕੇ ਦੇ ਨਾਲ, ਤੇ ਦੂਸਰੇ ਪਾਸੇ ਨਾ ਕੋਈ ਸਰਕਾਰੀ ਸਕੂਲ ਕਾਲਜ ਬਣਿਆ, ਨਾ ਹੀ ਯੂਨੀਵਰਸਿਟੀ ਬਣੀ ਤੇ ਨਾ ਹੀ ਕਿਸੇ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ। ਜਿਹੜੀਆਂ ਸੜਕਾਂ ਬਣਾਈਆਂ ਗਈਆਂ ਉਹ ਵੀ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ। ਹਰ ਇੱਕ 60 ਤੋਂ 40 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਹੀ ਤੁਹਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ। ਤਾਂ ਫਿਰ ਪੰਜਾਬ ਆਖਿਰਕਾਰ ਕਰਜ਼ਾਈ ਹੋਇਆ ਕਿਵੇਂ? ਇਸ ਗੱਲ ਦਾ ਜਵਾਬ ਵੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ। ਸਿਸਵਾ ਫਾਰਮ ਦੀ ਗੱਲ ਕੀਤੀ ਗਈ, ਢਾਬਿਆਂ ਦੀ ਗੱਲ ਕੀਤੀ ਗਈ, 5 ਸਟਾਰ ਹੋਟਲ ਦੀ ਗੱਲ ਕੀਤੀ ਗਈ ਅਤੇ ਕਿਸ ਤਰ੍ਹਾਂ ਦੇ ਨਾਲ ਤੰਜ ਕੱਸਿਆ ਗਿਆ ਮੌਜੂਦਾ ਸਰਕਾਰ ਤੇ ਇਸ ਦੇ ਨਾਲ ਜਿਹੜੀ ਵਿਰੋਧੀ ਪਾਰਟੀ ਆ ਉਸ ਤੇ ਵੀ। ਆਓ ਸੁਣ ਲੈਂਦੇ ਹਾਂ। ਇਸ ਦੇ ਨਾਲ ਉਹਨਾਂ ਨੇ ਜਾਣ ਤੋਂ ਪਹਿਲਾਂ ਇੱਕ ਚਿੱਠੀ ਦੀ ਉਦਾਹਰਨ ਦਿੱਤੀ ਜਿਹੜੀ ਕਿ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਲਿਖੀ ਸੀ ਕਿ ਇਸ ਚਿੱਠੀ ਦੇ ਵਿੱਚ ਕੀ ਗਲਤੀਆਂ ਨੇ, ਇਸ ਦੇ ਵਿੱਚ ਕੀ ਬਦਲਾਅ ਹੋਣਾ ਚਾਹੀਦਾ ਹੈ, ਅਤੇ ਸਿਕੰਦਰ ਦੀ ਉਦਾਹਰਨ ਦੇ ਕੇ ਖਾਸ ਤੌਰ ਤੇ ਦੱਸਿਆ ਕਿ ਆਖਿਰਕਾਰ ਜਿਹੜੇ ਇਹ ਨਾਜਾਇਜ਼ ਤਰੀਕੇ ਦੇ ਨਾਲ ਨਾਜਾਇਜ਼ ਪੈਸਾ ਇਕੱਠਾ ਕਰ ਰਹੇ ਨੇ, ਆਖਿਰਕਾਰ ਇਹ ਕਿਉਂ ਇਸ ਤਰ੍ਹਾਂ ਕਰ ਰਹੇ ਨੇ। ਭਗਵੰਤ ਮਾਨ ਦਾ ਕਹਿਣਾ ਸੀ ਕਿ ਠੀਕ ਹੈ ਕਰਨਾ ਤਾਂ ਥੋੜਾ ਬਹੁਤ ਕਰ ਵੀ ਲਵੋ, ਪਰ ਐਨੀ ਲੁੱਟ ਕਿ ਤੁਸੀਂ ਗਰੀਬ ਦੇ ਬੱਚਿਆਂ ਦੀ ਰੋਟੀ ਤੱਕ ਖੋ ਰਹੇ ਹੋ। ਆਓ ਸੁਣਦੇ ਹਾਂ ਹੋਰ ਕੀ ਕੁਝ ਉਹ ਕਹਿ ਰਹੇ। ਬਾਜਵਾ ਸਾਹਿਬ ਦੇ ਬੇਟੇ ਨੂੰ ਨੌਕਰੀ ਮਿਲੀ, ਲੁਧਿਆਣਾ ਤੋਂ ਐਮਐਲਏ ਉਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਗਈ ਤੇ ਹੁਣ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਬਾਜਵਾ ਸਾਹਿਬ ਜਿਹੜੇ ਕਿ ਰੰਧਾਵਾ ਸਾਹਿਬ ਜਿਹੜੇ ਕਿ ਹੋਮ ਮਿਨਿਸਟਰ ਨੇ ਉਹਨਾਂ ਨੇ ਨੌਕਰੀ ਦੇ ਦਿੱਤੀ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਇਹਨਾਂ ਲਈ ਪਬਲਿਕ ਜਿਹੜੀ ਆ ਉਹ ਏਜੰਡੇ ਤੇ ਹੈ। ਇਹ ਆਪਦੇ ਧੀਆਂ ਪੁੱਤਾਂ ਨੂੰ ਪਾਲਦੇ ਨੇ, ਜਿਹਨੂੰ ਜਦੋਂ ਮੌਕਾ ਮਿਲ ਜਾਂਦਾ ਉਹ ਵਗਦੀ ਗੰਗਾ 'ਚ ਹੱਥ ਧੋ ਲੈ। ਸਰ ਆਮ ਆਦਮੀ ਪਾਰਟੀ ਦੇ ਇੱਥੋਂ ਵਿੱਚ ਡੀਏਪੀ ਨਹੀਂ ਮਿਲਦੀ। ਡੀਏਪੀ ਸਾਰੇ ਇੰਡੀਆ 'ਚ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਗੱਲਾਂ ਵੱਲ ਤਾਂ ਦੇਖਦੇ ਹੀ ਨਹੀਂ। ਉਹ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੇ ਵੱਡੇ ਭਾਸ਼ਣ ਦੇ ਲੈਂਦੇ ਨੇ। ਅਸੀਂ ਇੱਥੇ ਬਹੁਤ ਰੋਂਦੇ ਹਾਂ ਕਿ ਜੀ ਕਿਸਾਨ ਜਿਹੜਾ ਹੈ ਉਹ ਡੀਏਪੀ ਵੱਲੋਂ ਇਹ ਤਾਂ ਪਹਿਲਾਂ ਪ੍ਰਬੰਧ ਕਰਨਾ ਸੀ ਨਾ, ਕਣਕ ਬੀਜਣ ਵਾਸਤੇ ਡੀਏਪੀ ਚਾਹੀਦੀ ਹੈ। ਸੋ ਡੀਏਪੀ ਦਾ ਜਿਹੜਾ ਉਹਦੀ ਬਲੈਕ ਹੋ ਰਹੀ ਹੈ, ਡੀਏਪੀ ਵਾਸਤੇ ਮਾਰਾਮਾਰੀ ਹੋ ਰਹੀ ਹੈ। ਸੋ ਇਹ ਫੇਲੀਅਰ ਆਫ ਪੰਜਾਬ ਗਵਰਨਮੈਂਟ ਐਂਡ ਐਜ਼ ਵੈਲ ਐਜ਼ ਸੈਂਟਰ। ਮਾਨ ਸਾਹਿਬ ਲੋਕੀ ਮਨ ਬਣਾਈ ਬੈਠੇ ਨੇ, ਸੀਐਮ ਦਾ ਚਿਹਰਾ ਕਿਉਂ ਨਹੀਂ ਡਿਕਲੇਅਰ ਕੀਤਾ ਜਾ ਰਿਹਾ? ਸ਼ਾਇਦ ਉਹ ਲੋਕਾਂ ਨੇ ਮਨ ਬਣਾਇਆ ਉਹੀ ਕਰਾਂਗੇ। ਨਹੀਂ ਕਰੋਗੇ ਕਦੋਂ? ਟਾਈਮ ਆ ਗਿਆ, ਲੇਟ ਕਰ ਦਿਓ। ਇੱਕ ਸਵਾਲ ਤੁਸੀਂ ਅਰਜੀ ਮਾਫੀ ਦੀ ਫੀਸ ਦੀ ਗੱਲ ਕੀਤੀ ਆ ਕਿ ਇਹ ਮਾਫ ਨਾ ਕਰੀ ਸ਼ਰਮਾ ਹੱਥ ਨਾ ਮਾਰੀ ਤੇ ਪੈਰ ਦਾ, ਪਰ ਹਰ ਪਾਰਟੀ ਸੇਮ ਤੁਹਾਡੀ ਪਾਰਟੀ ਵੀ ਸ਼ਰਮਾ ਹੱਥ ਨਾ ਮਾਰੀ ਯਾਰ 400 ਯੂਨਿਟ ਉਸ ਮਾਫੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ ਮੁਫਤਖੋਰੀ ਜਿਹੜੀ ਹੈ ਉਹਦੀ ਐਗਜ਼ਾਮਪਲ ਹੋਰ, ਜੇ ਤੁਸੀਂ ਕਰਜ਼ਾ ਲੈ ਕੇ ਸਟੇਟ ਦੇ ਉੱਤੇ ਕਰਜ਼ਾ ਚੜਾ ਕੇ ਤੁਸੀਂ ਕੋਈ ਚੀਜ਼ ਮੁਫਤ ਦਿੰਦੇ ਹੋ ਤਾਂ ਉਹ ਮੁਫਤਖੋਰੀ ਹੈ। ਦਿੱਲੀ ਦੀ ਐਗਜ਼ਾਮਪਲ ਦਿੰਦੇ ਆ। ਦਿੱਲੀ ਦੇ ਵਿੱਚ 20,000 ਲੀਟਰ ਪਾਣੀ ਫ੍ਰੀ ਹੈ। ਦਿੱਲੀ ਦੇ ਵਿੱਚ ਬਿਜਲੀ 70-75% ਦਿੱਲੀ ਨੂੰ ਬਿਜਲੀ ਜਿਹੜੀ ਆ ਫ੍ਰੀ ਹੈ। ਦਿੱਲੀ ਦੇ ਵਿੱਚ ਇਲਾਜ ਫ੍ਰੀ ਹੈ, ਪਰ 1 ਰੁਪਈਆ ਵੀ ਅਰਵਿੰਦ ਕੇਜਰੀਵਾਲ ਦੀ ਤੀਸਰੀ ਟਨਿਓਰ ਹੈ। ਅਰਵਿੰਦ ਕੇਜਰੀਵਾਲ ਦੀ ਟਨਿਓਰ ਦੇ ਵਿੱਚ 1 ਰੁਪਈਆ ਵੀ ਦਿੱਲੀ ਨੇ ਕਰਜ਼ਾ ਨਹੀਂ ਹੈ। ਉਹਨਾਂ ਨੇ ਲੀਕੇਜ ਬੰਦ ਕੀਤੀ ਹੈ, ਉਹਨਾਂ ਨੇ ਕਰਪਸ਼ਨ ਬੰਦ ਕੀਤੀ ਹੈ। 350 ਕਰੋੜ ਦਾ ਜਿਹੜਾ ਪੁਲ ਬਣਨਾ ਸੀ ਉਹ 200 ਕਰੋੜ 'ਚ ਬਣਾ ਕੇ 150 ਕਰੋੜ ਬਚਾ ਕੇ ਉਹਨੂੰ ਦਵਾਈਆਂ ਚਲਾਤਾ। ਇੱਥੇ 3 ਲੱਖ ਪਰ ਲੱਗਦਾ ਨਹੀਂ ਇਸ ਤਰ੍ਹਾਂ ਮੁਫਤ ਦੇ ਕੇ ਵੀ ਅਸੀਂ ਵਿਗਾੜ ਰਹੇ ਹਾਂ। ਲੋਕਾਂ ਦੇ ਟੈਕਸ ਨੂੰ ਬਚਾ ਕੇ ਜੇ ਲੋਕਾਂ ਨੂੰ ਵਾਪਸ ਦਿੱਤਾ ਜਾਵੇ ਤਾਂ ਲੋਕਾਂ ਦਾ ਹੌਸਲਾ ਵੱਧਦਾ ਹੈ। ਲੋਕ ਜ਼ਿਆਦਾ ਟੈਕਸ ਦਿੰਦੇ ਨੇ। ਅਸੀਂ ਕਰਕੇ ਦਿਖਾਵਾਂਗੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਨਵਜੋਤ ਸਿੱਧੂ ਦੇ ਰਵੱਈਏ ਨੂੰ ਇਹ ਤਾਂ ਜੀ ਕਾਂਗਰਸ ਵਾਲਿਆਂ ਨੂੰ ਪੁੱਛੋਗੇ।